गुरु साहिब जी आसा महला पंजवा। पूर रहा सर्ब ठाई हमारा खसम सोए। एक साहिब सिर छत दूजा नाही कोय। ज्यों भावै त्यों राख राखण हारिया। तुझ बिन अवर न कोय नदर निहारिया। प्रतिपाले प्रभ आप कट कट सारिया। जिस मन उठाया आप तिस नाम विसारिया। जोगी करे सो आप अपन बाणिया। भगतां का सहाई जुग जुग जानिया। जप जप हर का नाम कदे ना झूरिया। नानक दरस प्यास लोचा पूरिया। जप जप हर का नाम कदे ना छोरिया। नानक दरस प्यास लोचा पूरिया। ज़ारा ज़हूर हाजरा हजूर सर्व कला भरपूर सुरत गुरु। लोक परलोक दे रखियक भगत वशल ज्ञान दे सागर। गुरुआं दे गुरु धन धन शब्द गुरु श्री गुरु ग्रंथ साहिब जी महाराज। महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत। धनता दे योग बड़ भागी हो। गुरु साहब ने मेहर दे दया कृपा की है। साढ़े श्वास चल रहे हैं, शरीर चल रहा है, सोझी बरकरार है। और ये तन जिहड़ा है इस धरती ते अजे तक बनिया होया है। सो गुरु दी मेहर कृपा शुकराना है कि साडा जीवन जिहड़ा है वो अजे तक है। शुक्र है मालक दा साडा जीवन अजे तक है। जिस दा कल जीवन सी अज जीवन नहीं रहा। उस दे कर्म खत्म हो गए। वो कर्म जिहड़े जिउंदे जी मनुख करदा सी वो खत्म हो गए। जिहड़े कमा लए जमा कर लए उन्हां दा लेखा मरण तो बाद भी फिर शुरू हो गया। लेखे कते न छुटिए खिन खिन भोलन हार बख्श लै नानक पार उतार। सो इसलिए जब लग जोबन सास है तब लग इहो तन दे। बिन गुण काम ना आवई ढै ढेरी तन खे। सो जदों तक महाराज जी कहते तेरे कोल श्वास बल सोच ताकत दिमाग की ताकत शरीर की ताकत आत्मा की ताकत जदों तक तेरे कोल है उदों तक कर्म करी चल। जदों दिमाग सुन्न हो जाना यदी ताकत चली जानी है। जदों शरीर दे
ਅੰਗ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਜਦੋਂ ਸਿਰ ਕੰਬਣ ਲੱਗ ਪਿਆ, ਹੱਥ ਕੰਬਣ ਲੱਗ ਪਏ, ਨੈਣਾਂ ਦੇ ਵਿੱਚੋਂ ਜੋਤ ਘਟਣ ਲੱਗ ਗਈ ਔਰ ਇੱਕ ਦਿਨ ਬੁਝ ਗਈ। ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਕਰਮ ਕੁਰਮ ਦੀ ਆਸ ਤੇ ਛੱਡ, ਜਿਹੜੀ ਰੋਟੀ ਦੀ ਗਰਾਈ ਜਾਂ ਬੁਰਕੀ ਮੂੰਹ ਵਿੱਚ ਪਾਉਂਦੇ ਆ ਉਹਦੇ ਤੋਂ ਵੀ ਮੁਹਤਾਜ ਹੋ ਜਾਵਾਂਗੇ, ਉਹ ਵੀ ਨਹੀਂ ਮੂੰਹ ਦੇ ਵਿੱਚ ਜਾਏਗੀ। ਕਰਮ ਤੇ ਛੱਡ, ਧਰਮ ਛੱਡ, ਧਾਰਮਿਕ ਸਥਾਨ ਗੁਰਦੁਆਰੇ ਮੰਦਰ ਮਸਜਿਦ ਦੀ ਤੇ ਗੱਲ ਹੀ ਛੱਡ, ਇਸ਼ਨਾਨ ਕਰਨ ਦੀ ਤੇ ਗੱਲ ਹੀ ਛੱਡ। ਸਮਾਂ ਐਸਾ ਵੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਮਨੁੱਖ ਦੇ, ਜਿਸ ਦਿਨ ਬਾਣੀ ਦੇ ਵਿੱਚ ਬਹੁਤ ਪਿਆਰਾ ਫਰਮਾਨ ਹੈ, ਮੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ, ਜਿਸੋ ਵਰਿਆ ਜੀਵਨਾ ਪੀਤਨ ਹੋ ਸਿੱਖੇ। ਜਿੰਨੇ ਅਸੀਂ ਬੈਠੇ ਹਾਂ ਸਾਰਿਆਂ ਦੀ ਦੇਹੀ ਜਿਹੜੀ ਹੈ ਇਹ ਜ਼ਰੂਰ ਕੰਬੇਗੀ, ਜ਼ਰੂਰ ਕਮਜ਼ੋਰ ਹੋਵੇਗੀ, ਭਾਵੇਂ ਕੋਈ ਪਹਿਲਵਾਨ ਕਿਉਂ ਨਾ ਹੋਵੇ, ਭਾਵੇਂ ਕੋਈ ਰੈਸਲਰ ਕਿਉਂ ਨਾ ਹੋਵੇ, ਭਾਵੇਂ ਕੋਈ ਜਿੰਨੀਆਂ ਮਰਜ਼ੀ ਖੁਰਾਕਾਂ ਖਾਂਦਾ ਕਿਉਂ ਨਾ ਹੋਵੇ। ਬਾਣੀ ਦੇ ਵਿੱਚ ਲਿਖਿਆ ਵੀ ਸਰੀਰ ਨਿਰਬਲ ਹੋਏਗਾ। ਔਦ ਘਟੈ ਦਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਤੇਰੀ ਜ਼ਿੰਦਗੀ ਦੇ ਦਿਨ ਹਮੇਸ਼ਾ ਘਟਣਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਤੇਰੀ ਸੋਚ ਦੇ ਵਿੱਚ ਕਮਜ਼ੋਰੀ ਆਏਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਤੇਰੀ ਜ਼ਿੰਦਗੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਹੌਲੀ 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 ਹਨੇਰਾ ਛਾਉਣ ਲੱਗੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਨੇਰਾ ਪੈਣ ਤੋਂ ਪਹਿਲਾਂ ਕਹਿੰਦੇ ਆਪਣੇ ਘਰ ਨੂੰ ਮੁੜ ਆਓ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ, ਸਿਆਣਿਆਂ ਨੂੰ ਕਹਿੰਦੇ ਹਾਂ, ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਭਾਈ ਪੁੱਤ ਧੀ ਬਜ਼ੁਰਗੋ ਘਰੇ ਵਾਪਸ ਆ ਜਾਇਓ। ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ। ਸੋ ਮਹਾਰਾਜ ਜੀ ਕਹਿੰਦੇ ਨੇ ਜਦੋਂ ਮਨੁੱਖ ਦੀ ਜੀਵਨ ਦੇ ਯਾਤਰਾ ਦਾ ਆਖਰੀ ਪੜਾਅ ਹੁੰਦਾ ਹੈ, ਉਸ ਨੂੰ ਵੀ ਹਨੇਰਾ ਹੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਉਦੋਂ ਸੁੱਧ ਬੁੱਧ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਤੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਉਹ ਪਰਦੇਸੀਆ ਮਨਾ ਆਪਣੇ ਘਰ ਨੂੰ ਵਾਪਸ ਪਰਤਿਆ, ਸਮੇਂ ਦੇ ਨਾਲ ਆ ਜਾ, ਸਮਾਂ ਰਹਿੰਦੇ ਹੋਏ ਆ ਜਾ। ਜੇ ਸਮਾਂ ਬਤੀਤ ਕਰਕੇ ਆਵੇਂਗਾ ਤੇ ਫਿਰ ਕੀ ਲੈ ਕੇ ਆਵੇਂਗਾ। ਜ਼ਿੰਦਗੀ ਕਮਾਉਣ ਦੇ ਲਈ ਮਿਲੀ ਆ, ਗਵਾਉਣ ਦੇ ਲਈ ਨਹੀਂ। ਜ਼ਿੰਦਗੀ ਜ਼ਿੰਦਾ ਦੇ ਲਈ, ਜ਼ਿੰਦਗੀ ਕਮਾਉਣ ਦੇ ਲਈ ਮਿਲੀ ਆ, ਗਵਾਉਣ ਦੇ ਲਈ ਨਹੀਂ। ਕਮਾਉਣ ਦਾ ਮਤਲਬ ਪੈਸੇ ਨਾ ਕੋਈ ਸਮਝ ਲਵੇ, ਕਮਾਉਣ ਦਾ ਮਤਲਬ ਧਨ ਨਾ ਕੋਈ ਸਮਝ ਲਵੇ। ਕੇਵਲ ਗੁਜਰਾਨ, ਕੇਵਲ ਗੁਜਰਾਨ। ਤੇ ਸਾਰੇ ਜੱਗ ਨੂੰ ਕੋਈ ਆਪਣਾ ਨਾ ਸਮਝ ਲਵੇ, ਇਹਦੇ ਬਾਰੇ ਵੀ ਦੱਸਿਆ ਹੋਇਆ। ਜੇ ਔਲਾਦ ਹੈ ਤੇ ਉਸ ਨੂੰ ਨਿਸ਼ਾਨ ਕਿਹਾ, ਤੇ ਜੇ ਘਰ ਦੇ ਵਿੱਚ ਸਾਨੂੰ ਕੋਈ ਰੋਟੀ ਟੁੱਕ ਪਕਾ ਕੇ ਦੇ ਰਿਹਾ ਜਾਂ ਦੇ ਰਹੀ ਹੈ, ਉਹਨੂੰ ਈਮਾਨ ਕਿਹਾ। ਸੋ ਇਸ ਦੇ ਰਾਹੀਂ ਹੀ ਅਸੀਂ ਜੀਵਨ ਬਤੀਤ ਕਰ ਰਹੇ ਹਾਂ। ਇੱਕ ਡਿਊਟੀ ਹੈ, ਡਿਊਟੀ। ਸੋ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਸਮਾਂ ਹੈ। ਅੱਜ ਸਾਡੇ ਪਾਸ ਬਹੁਤ ਹੀ ਪਿਆਰਾ ਸਮਾਂ ਹੈ। ਸਾਨੂੰ ਸਾਰਿਆਂ ਨੂੰ ਅਜੇ ਪੂਰਾ ਨਹੀਂ ਪਤਾ ਵੀ ਸਾਡੇ ਕੋਲ ਸਮਾਂ। ਮੈਂ ਬੈਠਾ ਹਾਂ, ਤੁਸੀਂ ਬੈਠੇ ਹੋ, ਤੇ ਸਾਨੂੰ ਇੱਦਾਂ ਲੱਗਦਾ ਇਹ ਤੇ ਰੋਜ਼ ਦੀ ਰੂਟੀਨ ਹੈ। ਬਾਣੀ ਪੜ੍ਹਨੀ,
कथा कीर्तन करना ਜਾਂ ਸੁਣਨੀ ਤੇ ਰੋਜ਼ ਹੈ, ਕੱਲ ਵੀ ਆਉਣਾ ਪਰਸੋਂ ਵੀ ਆਉਣਾ ਨਹੀਂ। ਨਾ ਸੁਣਾਉਣ ਵਾਲੇ ਨੇ ਸਦਾ ਇਸੇ ਤਰ੍ਹਾਂ ਬੈਠੇ ਰਹਿਣਾ, ਧਿਆਨ ਦੇਣਾ, ਤੇ ਨਾ ਸੁਣਨ ਵਾਲੇ ਨੇ ਇਸੇ ਤਰ੍ਹਾਂ ਸਦਾ ਸੁਣਾਉਂਦਾ ਰਹਿਣਾ। ਸਰੀਰ ਹੈ, ਸਰੀਰ ਇਹਨੂੰ ਬੁਲਾਵਾ ਆ ਸਕਦਾ ਹੈ। ਕੋਈ ਬਜ਼ੁਰਗ ਦਾ ਨਹੀਂ ਪਤਾ, ਕੋਈ ਨੌਜਵਾਨ ਦਾ ਨਹੀਂ ਪਤਾ, ਕੋਈ 10 20 30 40 50 70 80 ਕਿਸੇ ਦਾ ਕੋਈ ਨਹੀਂ ਪਤਾ। ਇਸ ਕਰਕੇ ਜਬ ਲਗ ਜੋਬਨ ਸਾਸ ਹੈ ਤਬ ਲੱਗੇ ਉਹ ਤਨ ਦੇ। ਜਿਸ ਦਿਨ ਸਾਡਾ ਸਰੀਰ ਨਹੀਂ ਆਉਂਦਾ ਸਾਡਾ ਨਾਗਾ ਪੈ ਜਾਂਦਾ ਤੇ ਉਸ ਦਿਨ ਕਿਵੇਂ ਲੱਗਦਾ? ਸਾਡੇ ਹੱਥ ਵੱਸ ਸੀ, ਅਸੀਂ ਕਹਿ ਸਕਦੇ ਹਾਂ ਵੀ ਆਪਣੀ ਕੋਈ ਵਾਹ ਹੀ ਨਹੀਂ ਸੀ, ਸਰੀਰ ਨਹੀਂ ਇਜਾਜ਼ਤ ਦਿੰਦਾ ਸੀ। ਕਿਵੇਂ ਉੱਠਦੇ ਅੰਮ੍ਰਿਤ ਵੇਲੇ, ਕਿਵੇਂ ਜਪਦੇ, ਇਹ ਤੇ ਇੱਕ ਮਾਮੂਲੀ ਜੀ ਗੱਲ ਹੈ। ਤੇ ਜਿਸ ਦਿਨ ਸਰੀਰ ਨੇ ਪੂਰਾ ਨਿਰਵਲ ਹੋਣਾ, ਸਰੀਰ ਦੇ ਵਿੱਚ ਸਾਹ ਸਤ ਨਹੀਂ ਰਹਿਣਾ, ਕਿਉਂਕਿ ਬਾਣੀ ਦੇ ਵਿੱਚ ਕਲੀਅਰ ਲਿਖਿਆ ਹੋਇਆ। ਫਿਰ ਉਸ ਦਿਨ ਭਗਤ ਕਬੀਰ ਜੀ ਦੀ ਬਾਣੀ ਵਿੱਚ ਲਿਖਿਆ ਵੀ ਉਸ ਦਿਨ ਕੋਈ ਕਵੇ ਵੀ ਮੈਂ ਹੁਣ ਉੱਠਾਂ ਤੇ ਧਰਮ ਦੀ ਕਮਾਈ ਕਰਨ ਤੁਰਾਂ, ਫਿਰ ਉਸ ਤੇ ਨਾ ਰੱਬ ਨੇ ਤਰਸ ਕਰਨਾ ਤੇ ਨਾ ਉਸ ਦੇ ਖੁਦ ਦੇ ਸਰੀਰ ਨੇ ਤਰਸ ਕਰਨਾ ਵੀ ਇਹਨੂੰ ਉਠਾ ਪਾਏ ਵੀ ਚੱਲ ਮਨਾ ਹੁਣ ਕਰਮ ਕਰਕੇ ਆ, ਧਰਮ ਕਰਮ ਕਰਕੇ ਆ। ਕਿਉਂਕਿ ਜਦੋਂ ਤੱਕ ਸਾਡੇ ਨੈਣ ਪ੍ਰੈਣ ਚੱਲਦੇ ਨੇ, ਸਰੀਰ ਚੱਲਦਾ, ਅਸੀਂ ਕਰਮ ਧਰਮ ਉਦੋਂ ਤੱਕ ਹੀ ਕਮਾ ਸਕਦੇ ਹਾਂ। ਜਦੋਂ ਸਾਡਾ ਸਰੀਰ ਸਾਡੇ ਕੰਮ ਦਾ ਨਹੀਂ ਹੋਣਾ ਫਿਰ ਅਸੀਂ ਮੁਹਤਾਜ ਹੋ ਜਾਣਾ, ਮੁਹਤਾਜ। ਫਿਰ ਤੇ ਅਸੀਂ ਕਿਸੇ ਦੇ ਹੱਥਾਂ ਵੱਲ ਵੇਖਣਾ ਵੀ ਸਾਨੂੰ ਕੋਈ ਚੁੱਕ ਕੇ ਥੋੜ੍ਹਾ ਜਿਹਾ ਦੂਰ ਲੈ ਜਾਵੇ। ਮੈਂ ਨਹੀਂ ਕਹਿੰਦਾ, ਪੰਗਤੀ ਸੁਣੋ। ਬਾਬਾ ਫਰੀਦ ਜੀ ਕਹਿੰਦੇ ਨੇ ਅੱਜ ਫਰੀਦੇ ਕੁੱਜੜਾ, ਕੁੱਜਾ ਕਹਿੰਦੇ ਆ, ਕੁੱਜਾ ਬਹੁਤ ਘੱਟ ਕਹਿੰਦੇ ਨੇ, ਕੁੱਜਾ ਹੁੰਦਾ, ਕੁੱਜਾ ਮਿੱਟੀ ਦਾ। ਅੱਜ ਫਰੀਦੇ ਕੁੱਜੜਾ ਸੈ ਕੋਹਾਂ, ਜਿੱਦਾਂ ਹੁਣ ਮੀਲ ਕਹਿੰਦੇ ਨੇ, ਪਹਿਲਾਂ ਬਜ਼ੁਰਗ ਕੋਹ ਕਹਿੰਦੇ ਸੀ, ਇੰਨੇ ਕੁ ਕੋਹ ਤੇ ਰਸਤਾ ਹੈ। ਸੈ ਕੋਹਾਂ ਦਾ ਮਤਲਬ 100 ਕੋਹ। ਬਾਬਾ ਫਰੀਦ ਜੀ ਕਹਿੰਦੇ ਵੀ ਸਰੀਰ ਅੱਜ ਇੱਦਾਂ ਦਾ ਬਣ ਗਿਆ, ਮੰਜੇ 'ਤੇ ਲੰਮੇ ਪਏ ਨੂੰ ਨੁੱਕਰ ਦੇ ਵਿੱਚ ਖੂੰਜੇ ਵਿੱਚ ਪਿਆ ਕੁੱਜਾ, ਮੇਰੇ ਘਰ ਦੇ ਨੁੱਕਰ ਜਾਂ ਖੂੰਜੇ ਦੇ ਵਿੱਚ ਪਿਆ ਕੁੱਜਾ ਵੀ ਮੈਨੂੰ 100 ਕੋਹਾਂ 'ਤੇ ਦਿਸਦਾ, ਕਿਉਂਕਿ ਨਾ ਉੱਠਿਆ ਜਾਂਦਾ ਨਾ ਉੱਥੇ ਤੱਕ ਪਹੁੰਚਿਆ ਜਾਂਦਾ। ਉਸ ਕੁੱਜੇ ਵਿੱਚ ਪਈ ਕੋਈ ਚੀਜ਼ ਜਾਂ ਪਾਣੀ ਵੀ ਜਿਹੜਾ ਉਹ ਪੀਣ ਦੀ ਤਾਕਤ ਨਹੀਂ ਵੀ ਉੱਠ ਕੇ ਆਪਣੇ ਆਪ ਪਾਣੀ ਪੀ ਲਵੇ। ਅੱਜ ਫਰੀਦੇ ਕੁੱਜੜਾ ਸੇ ਕੋਹਾਂ ਥਿਓ। ਸਮਾਂ ਜ਼ਿੰਦਗੀ ਦੇ ਵਿੱਚ ਐਸਾ ਆ ਜਾਂਦਾ, ਸੁਖਨੀ ਸਾਹਿਬ ਵਿੱਚ ਲਿਖਿਆ, ਮੁੱਖ ਪਿਆਓ ਬੈਠ ਕੋ ਦੇਨ। ਬੰਦਾ ਮੰਜੇ 'ਤੇ ਵੀ ਆ ਜਾਂਦਾ, ਪਰ ਉਸ ਦੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਧੀਆਂ ਪੁੱਤਰਾਂ ਦੇ ਰਾਹੀਂ ਉਹਦੇ ਮੂੰਹ ਦੇ ਵਿੱਚ ਰੋਟੀ ਬੁਰਕੀ ਪੈ ਜਾਂਦੀ ਹੈ। ਧਿਆਨ ਦੇਣਾ। ਤੇ ਜੇ ਕਿਸੇ ਨੇ ਜ਼ਿੰਦਗੀ ਦੇ ਵਿੱਚ ਆਪਣੀ ਜ਼ੁਬਾਨ ਦੇ ਨਾਲ ਕੌੜਾ ਹੀ ਬੋਲਿਆ ਹੋਏਗਾ, ਬੁੱਢੇ ਵਾਰੇ ਉਹਨੂੰ ਰੋਟੀ ਵੀ ਚੱਜ ਨਾਲ ਨਹੀਂ ਮਿਲਣੀ। ਇਹ ਦੁਨੀਆ ਦਾ ਦਸਤੂਰ ਹੈ, ਕਿਉਂਕਿ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਬਾਣੀ ਦਾ ਫਰਮਾਨ। ਜੇ ਕਿਸੇ ਨੇ ਜ਼ਿੰਦਗੀ ਦੇ ਵਿੱਚ ਕਰਮ ਨਾ ਚੰਗਾ ਕੀਤਾ ਹੋਇਆ, ਨਾ ਕਿਸੇ ਨਾਲ ਬਣਾ ਕੇ ਰੱਖੀ ਹੋਈ, ਨਾ ਕਿਸੇ ਦੇ ਨਾਲ ਮਿੱਠਾ ਬੋਲਿਆ ਹੋਇਆ, ਉਹ ਭਾਵੇਂ ਬਜ਼ੁਰਗ ਹੈ, ਭਾਵੇਂ ਨੌਜਵਾਨ ਹੈ, ਭਾਵੇਂ ਬੱਚਾ ਹੈ, ਕੋਈ ਕਿਸੇ ਵੱਲ ਮੂੰਹ ਨਹੀਂ ਕਰਦਾ। ਬਾਣੀ ਦਾ ਫਰਮਾਨ। ਸੁਣਾਈਏ ਪੰਗਤੀ ਜ਼ਰੂਰ ਸੁਣਾਉਣੀ ਹੈ, ਤਾਂ ਜੋ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਵੀ ਕਿਧਰੇ ਆਪਣੇ ਕੋਲੋਂ ਤਾਂ ਨਹੀਂ ਗੱਲ ਬਣਾਈ ਜਾਂਦੇ। ਆਹ ਬੜੀ ਜ਼ਰੂਰਤ ਹੁੰਦੀ ਹੈ, ਪੰਗਤੀਆਂ ਕਲੀਅਰ ਕਰਦੀਆਂ ਨੇ। ਆਹ ਸੁਣੋ, ਸਾਰੇ ਕਿੱਦਾਂ ਮੁੱਖ ਫੇਰਦੇ ਨੇ। ਆਹਾ, ਜਾਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ। ਸਾਕ ਕਿਹਨੂੰ ਕਹਿੰਦੇ ਨੇ? ਜਿਹੜੇ ਸਾਡੇ ਬਹੁਤ ਨੇੜਲੇ ਹੁੰਦੇ ਨੇ, ਸੰਬੰਧੀ ਹੁੰਦੇ ਨੇ, ਚਾਹੁਣ ਵਾਲੇ ਹੁੰਦੇ ਨੇ।
महाराज जी कहते साग पी भज खले सभे भजो आसरा चुके सब असराओ चित आवे उस पार ब्रह्म लगे ना तती वाओ। सो जो परमात्मा नूं पहला याद करदा शुरू दे विच ही उहदा जीवन जिहड़ा मिठास भरिया हुंदा है। उहदे बचन उहदी बोलबाणी उहदा सुभाअ बहुत प्यारा हुंदा जिन्हें पहला संगत कीती हुंदी है। जिहदा सुभाअ चंगा हुंदा है उहदा घर दे विच भी विहार चंगा हुंदा ते बाहर भी चंगा हुंदा। ध्यान देना जिहड़ा गुरमुख है ना गुरमुख गुरमत दे अनुसार चलदा है ਉਹਦੀ ਕਹਿਣੀ ਕਰਨੀ ਜਿਹੜੀ ਹੈ ਉਹ ਸੇਮ ਹੁੰਦੀ ਹੈ। ਉਹ ਘਰ ਦੇ ਵਿੱਚ ਵੀ ਨਾਪ ਤੋਲ ਕੇ ਬੋਲਦਾ ਤੇ ਬਾਹਰ ਵੀ ਨਾਪ ਤੋਲ ਕੇ ਬੋਲਦਾ। ਜਦੋਂ ਇਸ ਤਰ੍ਹਾਂ ਬੋਲਦਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਠੰਡੀ ਹਵਾ ਬਣੀ ਰਹੇਗੀ। ਤੇ ਜੋ ਆਪਣੇ ਸੁਭਾਅ ਦੇ ਕਰਕੇ ਜਿਹੜਾ ਗਲਤ ਹੈ ਉਸ ਦੀ ਜ਼ਿੰਦਗੀ ਦਾ ਭਾਵੇਂ ਪ੍ਰੈਜ਼ੈਂਟ ਸਮਾਂ ਚਾਹੇ ਆਉਣ ਵਾਲਾ ਫਿਊਚਰ ਹੈ ਉਹ ਵਧੀਆ ਨਹੀਂ ਹੋਏਗਾ। ਸਾਡਾ ਪ੍ਰੈਜ਼ੈਂਟ ਤੇ ਸਾਡਾ ਫਿਊਚਰ ਸਾਡੀ ਨੇਚਰ ਜਾਂ ਸਾਡੇ ਸੁਭਾਅ 'ਤੇ ਡਿਪੈਂਡ ਕਰਦਾ ਹੈ। ਸਾਨੂੰ ਜੀਵਨ ਦੇ ਵਿੱਚ ਖੁਸ਼ੀ ਦੂਸਰੇ ਕੋਲੋਂ ਕਿਵੇਂ ਮਿਲੇ, ਸਾਡਾ ਕੱਲ੍ਹ ਕਿਵੇਂ ਸੋਹਣਾ ਬਣਿਆ ਰਹੇ, ਇਹ ਸਤਸੰਗਤ ਜੀ ਸਾਡੇ ਹੀ ਸੁਭਾਅ 'ਤੇ ਡਿਪੈਂਡ ਕਰਦਾ। ਇਹ ਬਿਲਕੁਲ ਸੱਚੀਆਂ ਵਿਚਾਰਾਂ ਨੇ। ਜੇ ਮੈਂ ਕਿਸੇ ਕੋਲੋਂ ਕੱਲ੍ਹ ਨੂੰ ਠੰਡੀ ਹਵਾ ਚਾਹੁੰਦਾ ਤੇ ਅੱਜ ਉਹਨੂੰ ਠੰਡਾ ਪੱਖਾ ਝੱਲਣਾ ਪਏਗਾ। ਜੇ ਮੈਂ ਕੱਲ੍ਹ ਨੂੰ ਕਿਸੇ ਕੋਲੋਂ ਸੇਵਾ ਕਰਾਉਣੀ ਚਾਹੁੰਦਾ ਤੇ ਅੱਜ ਉਹਦੀ ਸੇਵਾ ਮੈਨੂੰ ਜਦੋਂ ਤੱਕ ਮੇਰੇ ਵਿੱਚ ਬਲ ਹੈ ਮੈਨੂੰ ਕਰਨੀ ਪਏਗੀ। ਜੇ ਅੱਜ ਮੈਂ ਖੁਦ ਸੇਵਾ ਦੀ ਇੱਛਾ ਮਨ ਵਿੱਚ ਰੱਖਦਾ ਹੀ ਨਹੀਂ ਤੇ ਫਿਰ ਮੈਨੂੰ ਸੇਵਾ ਕਰਾਉਣ ਦੀ ਇੱਛਾ ਵੀ ਤਿਆਗ ਦੇਣੀ ਚਾਹੀਦੀ ਹੈ। ਜਾਂ ਸਿੰਪਲ ਉਦਾਹਰਨ ਦੇ ਦਿੰਦੇ ਹਾਂ, ਸਾਡੇ ਮਾਂ ਬਾਪ ਨੇ, ਜੇ ਅਸੀਂ ਆਪਣੇ ਪੇਰੈਂਟਸ ਦੀ, ਚਾਹੇ ਮੈਂ ਆ ਚਾਹੇ ਤੁਸੀਂ ਹੋ, ਭਾਵੇਂ ਕਿਸੇ ਕਾਰਨ ਕਰਕੇ ਜੇ ਅਸੀਂ ਉਹਨਾਂ ਦੀ ਸੇਵਾ ਅੱਜ ਨਹੀਂ ਕਰਦੇ, ਇਹ ਸਾਰੇ ਸੁਣ ਲਓ, ਮੈਂ ਵੀ ਸੁਣਦਾ ਤੁਸੀਂ ਵੀ, ਆਪਣੀ ਔਲਾਦ ਤੋਂ ਕੋਈ ਆਸ ਨਾ ਰੱਖੇ, ਨਾ ਕਿਸੇ ਕੋਲੋਂ ਅਰਦਾਸ ਕਰਾਵੇ ਵੀ ਸਾਡੇ ਬੱਚੇ ਸਾਡੇ ਵੱਲ ਮੁੱਖ ਨਹੀਂ ਕਰਦੇ। ਕੁਦਰਤ ਦਾ ਵਿਧਾਨ ਹੈ, ਰੱਬ ਦੀ ਇਹ ਵਿਧੀ ਹੈ ਵੀ ਜੈਸਾ ਬੀਜੇ ਸੋਲੁਣੇ ਕਰਮਾ ਸੰਦਲਾ ਖੇਤ। ਜੀ ਅੱਜ ਕਿਸੇ ਦੀ ਨੂੰਹ ਧੀ, ਅੱਜ ਕਿਸੇ ਦਾ ਪੁੱਤਰ ਆਪਣੇ ਮਾਂ ਬਾਪ ਦੀ ਕੇਅਰ ਕਰਦਾ ਤੇ ਉਹਦਾ ਅਸਰ ਉਹਦੇ ਬੱਚਿਆਂ 'ਤੇ ਕੁਦਰਤੀ ਰੱਬੋਂ ਹੀ ਜਾਏਗਾ। ਤੇ ਜੇ ਅੱਜ ਕੋਈ ਗਾਲੀ ਗਲੋਚ ਕਰ ਰਿਹਾ, ਜੇ ਅੱਜ ਕੋਈ ਮਾੜਾ ਬੋਲ ਰਿਹਾ ਤੇ ਕੱਲ੍ਹ ਨੂੰ ਉਹਦੇ ਅੱਗੇ ਔਲਾਦ ਬੱਚਿਆਂ ਦੁਆਰਾ ਵੀ ਉਸੇ ਤਰ੍ਹਾਂ ਹੀ ਕੀਤਾ ਜਾਏਗਾ। ਅੱਜ ਦੀ ਜਿਹੜੀ ਜਨਰੇਸ਼ਨ ਹੈ ਇਹ ਤਾਂ ਹੈ ਹੀ ਬੰਬ ਕਹਿੰਦਾ ਮੈਂ ਇਹਨਾਂ ਨੂੰ। ਉਹ ਤਾਂ ਇੱਕ ਗੱਲ ਦੀ ਵਾਲ ਦੀ ਖਾਲ ਲਾ ਦਿੰਦੇ ਨੇ। ਅੱਜ ਦਾ ਯੁੱਗ ਇੰਟਰਨੈਟ ਦਾ ਯੁੱਗ, ਪੜ੍ਹਾਈ ਦਾ ਯੁੱਗ ਜਿਹੜਾ ਆਉਣ ਵਾਲੀ ਜਨਰੇਸ਼ਨ ਨੇ ਲਿਖ ਲੈਣਾ, ਨੋਟ ਕਰਨਾ। ਆਉਣ ਵਾਲੀ ਜਨਰੇਸ਼ਨ ਨੇ ਲੌਜਿਕ ਤੋਂ ਬਗੈਰ ਕੋਈ ਗੱਲ ਨਹੀਂ ਪ੍ਰਾਪਤ ਕਰਨੀ, ਲੈਣੀ ਨਹੀਂ ਉਹਨਾਂ ਨੇ ਲੈਣੀ। ਉਹਨਾਂ ਨੇ ਸਾਨੂੰ ਕਹਿਣਾ ਇਸ ਨੂੰ ਸਿੱਧ ਕਰਕੇ ਦਿਖਾਓ। ਤੁਸੀਂ ਜੇ ਪ੍ਰੈਕਟੀਕਲ ਕਰਕੇ ਦਿਖਾ ਸਕਦੇ ਹੋ ਅਸੀਂ ਇਸ ਨੂੰ ਮੰਨਣਾ, ਨਹੀਂ ਤੇ ਨਹੀਂ ਮੰਨਣਾ। ਜੋ ਅਸੀਂ ਹਾਂ ਨਾ, ਅਸੀਂ ਤਾਂ ਮੰਨ ਚੁੱਕੇ ਹਾਂ, ਪਰ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਚੱਲ ਰਹੀ ਅੱਜ ਦੇ ਬੱਚੇ 5, 10, 15 ਸਾਲ ਦੇ, ਉਹਨਾਂ ਨੇ ਲੌਜਿਕ ਦੇ ਤੌਰ 'ਤੇ ਗੱਲ ਕਰਨੀ ਵੀ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ, ਸਿੱਧ ਕਰਕੇ ਦਿਖਾਓ। ਤੇ ਜੋ ਉਹ ਸਾਡੀ ਜ਼ੁਬਾਨ ਦੇ ਵਿੱਚੋਂ, ਸਾਡੇ ਸੁਭਾਅ ਦੇ ਵਿੱਚੋਂ ਦੇਖਣਗੇ ਉਹ ਹੀ ਰਿਪੀਟ ਕਰਨਗੇ, ਉਹ ਵਾਪਸ ਸਾਨੂੰ ਸਾਡੀ ਝੋਲੀ ਵਿੱਚ ਪਾਉਣਗੇ। ਇਸ ਕਰਕੇ ਇਸ ਤਰ੍ਹਾਂ ਦਾ ਜੀਵਨ ਬਣਾਇਆ ਜਾਵੇ ਵੀ ਯਾਤਰਾ ਜਿਹੜੀ ਚੰਗੀ ਬਣੀ ਰਹੇ। ਸੋ ਇਸ ਕਰਕੇ ਠੰਡੇ ਪੱਖਿਆਂ ਦੀਆਂ ਹਵਾਵਾਂ ਝੱਲੀਆਂ ਜਾਣ ਤਾਂ ਜੋ ਠੰਡੀ ਹੀ ਹਵਾ ਅੱਗਿਓਂ ਸਾਨੂੰ ਪ੍ਰਾਪਤ ਹੋਵੇ। ਜਾਂ ਇਵੇਂ ਪੜ੍ਹ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਦੀ ਭਗਤੀ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਸਾਰਿਆਂ ਦੇ ਨਾਲ
देखो इज्जत करो तो डबल इज्जत मिलती है, ये भी रब का विधान। किसी नूं प्यार दे नाल एक लफ्ज बोलो, वो तुहाडी गल थां थां ते प्यार नाल करेगा। किसी नूं एक शब्द अज दे युग दे विच गलत बोलो, इज्जत करा के देख लियो, चाहे घर विच चाहे बाहर, कोई नहीं करा सकता। बाणी विच लिखिया ऐ कर करे सो ऐ कर पाए, एक हाथ ना दिओ ते दूजे नाल सौदा लाओ। प्यार दे नाल ही प्यार वधेगा। रिस्पैक्ट रिस्पैक्ट ना देन वाला कदी आस ना रखे मैनू रिस्पैक्ट मिलेगी, हो ही नहीं सकता। सत्कार देने वाले नू कुदरती उसनू सत्कार दिंदी है। सच्चे इंसान नू कुदरत सचमुच ही एक दिन निहाल कर दिंदी है। हो सकता है जग मुनकर होवे उस बंदे तो, हो सकता है कुछ समय वास्ते लोग साथ ना देन, परिवार साथ ना देवे, मित्र साथ ना देन, कोई भी साथ ना देवे, तो बाबे की बाणी कहती है भी फिर साथ मेरा, मैं साथ देंगा। सच दे राह ते चलिया रहो। असी कहने भी वो बंदा गलत है, मैं क्यों चंगा बन के दिखावा? नहीं, वो तो अपनी सोच करके गलत है, उन्होंने रहते गलत, तू गलत बनना? तेरी सोच तो डेवलप है, तू तो सोहना बच्चा है अपने मालक का, तू नितनेमी है, प्यारा है। जे सामने वाला गलत कर रहा है तो तू गलत ना कर, तू अरदास कर, बस तू अरदास कर। अरदास किसी दे बुरे लिए नहीं करनी, ये भी गल है। अरदास किसी दे नुकसान दे लिए नहीं करनी, ये भी महाराज जी ने सानू दसिया। भावें साडा कोई बुरा कर जावे, अरदास उसदे भले दी, यही तो औखी। इनू कहते ने खन्ने तिक्की वालों निक्की। जे किसी ने, ध्यान देना, नुकता सुन लियो, जे किसी ने अपने दुश्मन दी भले दी अरदास कर दी, रब ने उदों ही अपना खेल दिखाना उन्होंने शुरू कर देना, बस। तो जे किसी ने अपने दुश्मन दे लई भैड़ी अरदास कर दी, उहदा ते पता नहीं, उहदा खुद दा नुकसान हो जाना। मालक नूं ये कहना, हे मालक उसका भला करी, उसनों जना दई, बस। जिहड़ा जनाउणा है ना, जिसनों तू जाना है सोई जन जाना है, वो तो होर प्रकार का है ना। जदों रब किसी नूं जनाउंदा है ना, फिर अखियां दे विचों अथरू कढ दिंदा है पछतावे दे। जदों रब अपना खेल दिखाउंदा है ना, तो फिर ऐसी ठोकर मारदा बंदा हाथ जोड़ दिंदा है। इस करके फरीदा बुरे दा भला कर, गुस्सा मन ना हंडाए, देही रोग न लगे, पल्ले सब किश पाए। पर यदा मतलब ये भी नहीं है, ध्यान देना, एक पशु बिरती है। पशु बिरती का मतलब ये होंदा कोई पशु डंगर मारन वाला भूतरिया, जिन्हों असी दुआबे वाले कहने, मालवे वाले कहते हैं चंब लिया, असी कहने भूतरिया। जिहड़ा चंब लिया जां भूतरिया डंगर सामने आउंदा होवे, असी कहने गुरु साहब जी कहते किसी का बुरा नहीं करना, निमरता रखनी है। हाथ जोड़ के कोई खलो गया तो उन्हें चक के मारना परे, ਉਹਦੇ तो भी राखी करनी है। ये ना कोई हुण साडी पग नूं ही हथ पा देवे तो महाराज जी ने शस्त्र भी दिते ने। वैसे तो सानू ज्ञान इदां दा दिता है भी जे किसी को सचमुच सच्चा ज्ञान है, उस को दलील बड़ी कमाल दी है। उस दलील नूं शब्द नूं ही तलवार दे रूप दे विच, किरपान दे रूप दे विच इस्तेमाल कर सकता है। पर जे किसी को ये चीज़ नुकता होवे, सो विचार बड़ी प्यारी आरंभ हुई सी भी जदों तक साडे विच बल है, जदों तक साडे विच ताकत है, जदों तक साडा शरीर चलदा उदों तक कर्म कर। उहदे तो बाद कदी भी कर्म जां धर्म नहीं कमाया जाना जदों प्राण जां शरीर दे विच साह ना रहे। सो गुरु साहब जी, गुरु अर्जन देव पातशाह जी का बड़ा प्यारा शब्द, पूर रिहा सर्ब ठाए हमारा खसम सोए। मेरा मालक, मेरा खसम, मेरा ओ साईं
पूर रहा, पूर दिया रहा का मतलब व्यापक। पूर रहा सर्ब ठाए हमारा खसम सोए। जिहड़ा व्यापक है वो मेरा खसम है, जिहड़ा व्यापक नहीं वो नहीं। वाह जी वाह, बड़ी वड्डी विचार है। जिहड़ा व्यापक नहीं महाराज जी कहते वो साडा मालक खसम है ही नहीं। जां जिहड़ा कोई एक धर्म का ठप्पा ला के बैठा मैं एक धर्म का आगू हाँ, वो मेरा कुछ भी नहीं। धर्म सारिਆਂ ਨੂੰ मिलना ते प्यार ਵਧਾਉਣ ਦੀ ਸਿੱਖਿਆ ਦਿੰਦਾ ਹੈ। जे कोई कहे मैं इस धर्म का आगू हाँ, मैं तो सिख धर्म का आगू हाँ तो सिखां का ही भला करना है। जे कहे मैं इस जात वालियां दा आगू हाँ, इस जात वालियां बारे ही सोचना है। इदां दा मनुख भावें वो रब रूप क्यों ना बन गया होवे, बाणी कहंदी प्रवान नहीं। जिवें रब व्यापक है सारियां नूं, रोशनी रब ने किनू देनी है? अमीर नूं भी देनी है ते गरीब नूं भी देनी है, निर्बल नूं भी देनी है, निर्धन नूं भी देनी है, धनवान नूं भी देनी है, जिसनूं असीं गलत कहने उन्होंने भी देनी है, अमीर नूं सब नूं। सूरज ने रोशनी सब नूं देनी है, जल ने प्यास सब दी बुझानी है। जे कोई रोशनी देन करके वितकरा करे, कोई जल देन करके वितकरा करे, तो उसनूं फिर असी कुदरत नहीं कह सकते। कुदरत वितकरा नहीं करती, कुदरत वितकरा नहीं करती। ते जिहड़ा इंसान वितकरा करदा वो भी कदी भी रब दा दास नहीं बन सकता। ध्यान देना, बड़ी प्यारी विचार है। जिहड़ा इंसान वितकरा करदा जाती तौर ते जां किसी अहुदे तौर ते जां किसी वड्डी पदवी तौर ते जां किसी होर कई कारण ने, जिहड़ा बंदा किसी नाल वितकरा करदा किसी कारण करके, वो परम पिता परमात्मा दा दास नहीं हो सकता। वितकरा करन वाला कदे भी दास नहीं हो सकता। रब दा सुभाव है वितकरा ना करना। साडे गुरुआं दा सुभाव है वितकरा ना करना। वितकरे नूं मिटाउण दे लई ही पहला पंगत पाछे संगत, पहला पंगत कीती, एक पंगत विच बैठो। ये वितकरा मिटाउण दे लई ही गुरु साहब ने कीता। ते गुरु गोबिंद सिंह महाराज जी ने इक्को बाटे दे विच लैन विच ला के सारियां नूं कहा भी इक्को बाटे विच छको। एक ही सी, पूर रहा सर्ब ठाए हमारा खसम सोए। ये वितकरा मिटाउण दे लई ही ये सब कुछ किया। पर जिहड़ा मनुख अज भी वितकरा कर रहा है, कल मैं कोई पोस्ट सुन रहा सी, कोई निहंग सिंह बाबा दस रहा सी इंटरव्यू दे विच, कहंदा अमृत कई छकाउण वाले भी जिहड़ा बट है ना, वो जिहड़े नीवी जात वाले हुंदे उन्हां लई अलग रखिया। वो चैनल के उपर इंटरव्यू दे रहा सी। पक्की इस तरह भी है, जे साडी कौम दे विच इस तरह होएगा तो गुरु गोबिंद सिंह महाराज जी ने कभी भी माफ़ नहीं करना। गुरु गोबिंद सिंह महाराज जी ने बड़ी प्यारी पंक्ति, पूर रहा मतलब व्यापक। महाराज जी ने व्यापकता नूं दर्शाउण दे लई, बराबरता नूं दर्शाउण दे लई, वितकरे नूं मिटाउण दे लई इक्को पंगत दे विच सारियां नूं बिठाया सी। गुरु गोबिंद सिंह महाराज जी ने किधरे मैं पढ़िया ही नहीं, दो बाटे रखे सी। नाई झूर छिंबा लोहारे सारे उदों इकट्ठे ही सन, खतरी। ये सारियां नूं अलग अलग बाटा दिता ही नहीं, इक्को ही बाटे विच लैन विच खलो के एक पासों शुरू करके क्या सारे छक लो। उस बाटे दे विच घोल के पिला गया, पता नहीं कि बाटे दे विच, उस बाटे दे विच इक्को ही बाटे दे विचों सारियां नूं छका के महाराज जी ने व्यापकता दा सबूत दिता, बराबरता दा सबूत दिता। ते गुरु अर्जन देव पातशाह जी कह रहे हैं मैनू खसम वो चाहिए जिहड़ा व्यापक है, जिहड़ा मोहर ला के बैठा ना भी मैं इस एक कौम दा। गुरु नानक शाह फकीर एक दा नहीं है, सारियां दा है।
ਗੁਰੂ ਗ੍ਰੰਥ ਸਾਹਿਬ ਇੱਕ ਦਾ ਨਹੀਂ ਹੈ। ਸਾਨੂੰ ਭਾਵੇਂ ਲੱਗਦਾ ਹੋਵੇਗਾ ਵੀ ਸਿੱਖਾਂ ਦਾ ਗ੍ਰੰਥ ਆਹ ਹੈ, ਹਿੰਦੂਆਂ ਦਾ ਗ੍ਰੰਥ ਉਹ ਹੈ, ਮੁਸਲਮਾਨਾਂ ਦਾ ਗ੍ਰੰਥ ਉਹ ਹੈ, ਪਰ ਜਿਹੜੇ ਰੱਬ ਤੱਕ ਪਹੁੰਚ ਚੁੱਕੇ ਨੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ। ਕਿਸੇ ਨੂੰ ਦੂਜਾ ਤੁਝ ਬਿਨ ਦੂਜਾ ਕੋਈ ਨਾ ਹੈ ਉਹ ਕਹਿੰਦੇ ਹੀ ਨਹੀਂ, ਉਹ ਸਤਿਕਾਰ ਕਰਦੇ ਨੇ। ਕਦੇ ਵੀ ਨਿਰਾਦਰ ਨਹੀਂ ਉਹ ਕਰਦੇ ਕਿਸੇ ਵੀ ਧਾਰਮਿਕ ਗ੍ਰੰਥ ਦਾ। ਆਪਣੇ ਅਸੀਂ ਬਾਪੂ ਨੂੰ ਬਿਲਕੁਲ ਵੱਡਾ ਕਹਿਣਾ ਹੀ ਕਹਿਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇਹ ਥੋੜ੍ਹਾ ਆਪਣੇ ਬਾਪੂ ਨੂੰ ਵੱਡਾ ਕਹਿੰਦੇ ਆ ਤੇ ਦੂਜਿਆਂ ਦੇ ਬਾਪੂਆਂ ਦੀ ਅਸੀਂ ਇਨਸਲਟ ਕਰੀ ਜਾਈਏ ਨਾ। ਸਾਡੀ ਪਾਰਦਰਸ਼ਤਾ ਜਾਂ ਸਾਡਾ ਉੱਚਾ ਸੁੱਚਾ ਜੀਵਨ ਤਾਂ ਹੀ ਅਗਲਾ ਪਰਖੇਗਾ ਜਦੋਂ ਅਸੀਂ ਆਪਣੀ ਸੋਚ ਰਾਹੀਂ ਦੂਜੇ ਨੂੰ ਵੀ ਵਡਿਆਈ ਦੇਵਾਂਗੇ। ਵਡਿਆਈ ਦੇਣ ਵਾਲੇ ਦੀ ਸ਼ਖਸੀਅਤ ਉੱਚੀ ਸੁੱਚੀ ਬਣਦੀ ਹੈ, ਅਤੇ ਜਿਹੜਾ ਕਿਸੇ ਦੇ ਵਿੱਚ ਕਮੀ ਕੱਢਦਾ ਜਾਂ ਕਿਸੇ ਨੂੰ ਕਿਸੇ ਵੀ ਧਰਮ ਵਾਲੇ ਨੂੰ ਮਾੜਾ ਕਹਿੰਦਾ ਉਹ ਬੰਦਾ ਵੈਸੇ ਹੀ ਡਾਊਨ ਹੋ ਜਾਂਦਾ। ਇਸ ਕਰਕੇ ਵੱਡਾ ਉਹੀ ਬਣਦਾ ਜਿਹੜਾ ਵੱਡੀ ਸੋਚ ਦੇ ਨਾਲ ਜਿਉਂਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡੇ ਲਈ ਸਾਡਾ ਖਸਮ ਵਿਆਪਕ ਜਿਹੜਾ ਉਹ ਖਸਮ ਹੈ, ਜਿਹੜਾ ਵਿਆਪਕ ਨਹੀਂ ਹੈ ਉਹ ਖਸਮ ਨਹੀਂ, ਬਲਿਹਾਰੀ ਕੁਦਰਤ ਵਸਿਆ। ਸੋ ਇਸ ਕਰਕੇ ਪੂਰ ਰਿਹਾ ਸਰਬ ਠਾਏ ਹਮਾਰਾ ਖਸਮ ਸੋਏ। ਸੋ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹਰ ਬੰਦੇ ਵਿੱਚ ਹਰ ਜ਼ਰੇ ਜ਼ਰੇ ਦੇ ਵਿੱਚ ਅਸੀਂ ਉਸ ਨੂੰ ਪ੍ਰਵਾਨ ਕਰਦੇ ਹਾਂ, ਉਹ ਸਾਡਾ ਖਸਮ ਹੈ, ਉਹ ਸਾਡਾ ਮਤਲਬ ਮਾਲਕ ਹੈ। ਏਕ ਸਾਹਿਬ ਸਿਰ ਛੱਤ ਦੂਜਾ ਨਾ ਹੀ ਕੋਏ। ਸੋ ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ ਛੱਤਰ ਉਸ ਦੇ ਉੱਪਰ ਹੈ ਅਤੇ ਉਹਦੇ ਬਰਾਬਰ ਹੋਰ ਕੋਈ ਨਹੀਂ। ਉਹ ਪਰਮਾਤਮਾ ਇੱਕ ਹੈ, ਦੋ ਨਹੀਂ। ਉਹਦਾ ਕੋਈ ਰੂਪ ਰੇਖ, ਕੋਈ ਜਾਤ ਨਹੀਂ ਹੈ, ਕੋਈ ਉਸ ਦਾ ਇਹ ਸਥਾਨ ਨਹੀਂ ਹੈ, ਕੋਈ ਨਸਲ ਰੰਗ ਭੇਦ ਨਹੀਂ ਹੈ। ਅਤੇ ਇੱਥੋਂ ਤੱਕ ਦੇ ਇਹ ਵੀ ਬਹੁਤ ਵੱਡੀ ਵਿਚਾਰ ਹੈ ਵੈਸੇ, ਉਹ ਮੇਲ ਹੈ ਜਾਂ ਫੀਮੇਲ ਹੈ ਵੀ ਨਹੀਂ। ਇੱਕ 10 ਸਾਲ ਦੇ ਬੱਚੇ ਨੇ ਮੈਨੂੰ ਕੈਨੇਡਾ ਵਿੱਚ ਸਟੇਜ ਤੋਂ ਉਤਰਦੇ ਪੁੱਛਿਆ ਸੀ, ਬਾਬਾ ਜੀ ਗੋਡ ਇਜ਼ ਮੇਲ ਔਰ ਫੀਮੇਲ। ਮੇਰੇ ਕੋਲ ਟਾਈਮ ਸਿਰਫ 5 ਮਿੰਟ ਸੀ, ਅਸੀਂ ਜਾਣਾ ਸੀ ਕਿਸੇ ਦੇ ਨਾਲ, ਕੋਈ ਸੀ ਗੁਰਮੁਖ ਪਿਆਰੇ, ਗੱਡੀਆਂ ਸਟਾਰਟ ਸੀ ਅਤੇ ਮੈਂ ਉਹਨੂੰ 5 ਮਿੰਟਾਂ ਦੇ ਵਿੱਚ ਪਤਾ ਨਹੀਂ ਮਾਲਕ ਨੇ ਕੀ ਕਿਰਪਾ ਕੀਤੀ, ਉਹਨੂੰ ਮੈਂ ਦੱਸ ਦਿੱਤਾ। ਉਹ ਸੈਟਿਸਫਾਈ ਹੋ ਕੇ ਕਹਿੰਦਾ ਮੈਂ ਜੂੜਾ ਰੱਖਣਾ ਹੁਣ, ਅੰਕਲ ਜੀ ਬਾਬਾ ਜੀ ਜੂੜਾ ਰੱਖਣਾ, ਮੈਂ ਅੰਮ੍ਰਿਤ ਵੀ ਛਕਣਾ। ਉਹ ਸੈਟਿਸਫਾਈ ਹੋ ਗਿਆ। ਪਰ ਉਹਦਾ ਸਵਾਲ ਐਡਾ ਜ਼ਬਰਦਸਤ, ਐਡਾ ਵੱਡਾ ਵੀ ਬੰਦਾ ਕਹਿੰਦਾ ਵੀ ਇਹਦਾ ਜਵਾਬ ਕਿਸ ਤਰ੍ਹਾਂ ਦਈਏ। ਗੋਡ ਇਜ਼ ਮੇਲ ਔਰ ਫੀਮੇਲ। ਉਹੀ ਰੂਪ ਨਾ ਰੇਖ ਨਾ ਰੰਗ ਇਸ਼ਤ ਰਹਿ ਗੁਣ ਤੇ ਪ੍ਰਭ ਭਿੰਨ, ਕਿੱਥੋਂ ਸਵਾਲ ਆਇਆ ਉਹੀ ਜਾਣ। ਪਰ ਇਹ ਜੋ ਮਾਲਕ ਦੀ ਜਦੋਂ ਗੱਲ ਚੱਲਦੀ ਹੈ, ਮਾਲਕ ਤਾਂ ਹੀ ਵਿਆਪਕ ਹੈ ਜੇਕਰ ਉਹਦਾ ਕੋਈ ਸਪੈਸ਼ਲ ਰੂਪ ਨਹੀਂ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਜੇ ਕਿਸੇ ਨੇ ਉਸ ਦਾ ਕੋਈ ਸਪੈਸ਼ਲ ਰੂਪ ਮੰਨ ਲਿਆ ਅਤੇ ਸਾਡੇ ਸਿੱਖ ਭਰਾ ਨੇ ਕਹਿਣਾ ਵੀ ਤੂੰ ਤਾਂ ਦਸਤਾਰ ਸਜਾਈ ਹੈ, ਦਾੜਾ ਰੱਖਿਆ, ਮੇਰੇ ਰੱਬ ਜੀ ਮੈਂ ਤੈਨੂੰ ਉਹਦੇ ਘਰ ਕਾਹਤੋਂ ਜਾਣਦਾ, ਅੱਜ ਤੂੰ ਮੇਰੇ ਘਰ ਰਹਿ। ਦੇ ਕਿਸੇ ਮੁਸਲਮਾਨ ਭਰਾ ਦੇ ਨੇ ਦੇਖ ਲਿਆ, ਉਹਨੇ ਕਹਿਣਾ ਤੂੰ ਮੇਰੇ ਘਰ ਰਹੋ, ਤੂੰ ਤਾਂ ਮੇਰੇ ਵਰਗਾ। ਅਤੇ ਆਪਣੇ ਆਪਣੇ ਧਰਮ ਵਾਲਿਆਂ ਨੇ ਸਾਰਿਆਂ ਨੇ ਰੱਬ ਦੀ ਬਾਂਹ ਫੜਨੀ ਸੀ ਅਤੇ ਆਪਣੇ ਘਰ ਵੱਲ ਉਸ ਨੂੰ ਲੈ ਜਾਣਾ ਸੀ ਅਤੇ ਡੱਕ ਦੇਣਾ ਸੀ, ਉਹਨੂੰ ਬਾਹਰ ਨਹੀਂ ਸੀ ਆਉਣ ਦੇਣਾ। ਅੱਜ ਤੂੰ ਮੇਰੇ ਘਰ ਰਹੇਗਾ, ਮੈਂ ਨਹੀਂ ਉੱਥੇ ਤੈਨੂੰ ਜਾਣ ਦੇਣਾ। ਇਸ ਕਰਕੇ ਹੀ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਵਿਆਪਕ ਹੈ, ਉਹਦਾ ਰੂਪ ਨਹੀਂ ਕੋਈ, ਉਹਦਾ ਰੰਗ ਨਹੀਂ ਕੋਈ, ਉਹਦੀ ਜਾਤ ਨਹੀਂ, ਸਾਡੀ ਹੈਗੀ ਹੈ, ਬਣਾ ਦਿੱਤੀ ਨਾ, ਸਾਡੀ ਹੈ। ਇਹ ਕਿੰਨੇ ਬਣਾਈ ਹੈ, ਇਹਦੇ ਵਾਸਤੇ ਪੜ੍ਹਨਾ ਪਏਗਾ। ਮਾਲਕ ਨੇ ਨਹੀਂ ਬਣਾਈ। ਇਸ ਕਰਕੇ ਮਾਲਕ ਕਹਿੰਦਾ ਮੈਂ ਜਾਤ ਵੀ ਨਹੀਂ ਬਣਾਈ ਅਤੇ ਮੈਂ ਤੇਰੀਆਂ ਜ਼ਾਤਾਂ ਦੇ ਵਿੱਚ ਵੀ ਨਹੀਂ ਫਸਿਆ ਹੋਇਆ, ਮੈਂ ਤੇ ਇਹਦੇ ਤੋਂ ਨਿਰਲੇਪ ਹਾਂ। ਜਿਸ ਦੀ ਜਾਤ ਹੈ ਉਹ ਸਿੱਖ ਨਹੀਂ, ਸਿੱਖ ਦੀ ਜਾਤ ਨਹੀਂ, ਪਰਮਾਤਮਾ ਦੀ ਜਾਤ ਨਹੀਂ। ਉਹੀ ਪਰਮਾਤਮਾ ਵਿੱਚ ਲੀਨ ਹੋਏਗਾ ਜਿਹੜਾ ਜਾਤ ਨੂੰ ਮਿਟਾ ਦੇਗਾ। ਅਗਨੀ ਜਾਤ ਨੂੰ ਮਿਟਾਉਂਦੀ ਹੈ। ਲੱਕੜਾਂ ਜਿਹੜੀਆਂ ਨੇ ਨਾ, ਜਿਹਦੇ ਉੱਤੇ ਸਰੀਰ ਰੱਖਿਆ ਜਾਂਦਾ ਜਾਂ ਜਿਸ ਮਿੱਟੀ ਵਿੱਚ ਦਫਨ ਕੀਤਾ ਜਾਂਦਾ, ਉਹ ਹਰ ਇੱਕ ਨੂੰ ਸ਼ਮਸ਼ਾਨ ਘਾਟ ਕਹਿੰਦੇ ਆ ਨਾ। ਸਮ ਦਾ ਮਤਲਬ ਬਰਾਬਰ, ਜਿੱਥੇ ਸਾਰਿਆਂ ਦੀ ਸ਼ਾਨ, ਜਿੱਥੇ ਸਾਰਿਆਂ ਦੀ ਸ਼ਾਨ ਜਿਹੜੀ ਸਮ ਹੁੰਦੀ ਹੈ, ਬਰਾਬਰ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸ਼ਮਸ਼ਾਨ ਘਾਟ, ਉੱਥੇ ਹੈ। ਇਸ ਕਰਕੇ ਮਹਾਰਾਜ ਸਾਨੂੰ ਬਹੁਤ ਗਹਿਰੀ ਵਿਚਾਰ ਦੇ ਰਹੇ ਨੇ। ਸੋ ਮਹਾਰਾਜ ਜੀ ਕਹਿੰਦੇ ਉਹ ਸਾਹਿਬ ਜਿਹੜਾ ਸਰਵ ਵਿਆਪਕ, ਉਹਨੂੰ ਪ੍ਰਵਾਨ ਕਰਦੇ ਹਾਂ ਅਤੇ ਉਹਦਾ ਜਿਹੜਾ ਛਤਰ ਹੈ ਸਾਰੀ ਦੁਨੀਆ 'ਤੇ, ਜਿਵੇਂ ਅਸੀਂ ਕਹਿੰਦੇ ਨੇ ਨੀਲੀ ਛਤਰੀ ਵਾਲਾ, ਉਹਦਾ ਹੱਥ ਜਾਂ ਛਤਰ ਸਾਰੀ ਦੁਨੀਆ 'ਤੇ ਹੈ। ਜਿਉਂ ਭਾਵੇ ਤਿਉਂ ਰਾਖ ਰਾਖਣ ਹਾਰਿਆ, ਹੇ ਮੇਰੇ ਮਾਲਕ
ਰੱਖਿਆ ਕਰਨ ਵਾਲੇ, ਜਿਵੇਂ ਆਪ ਜੀ ਨੂੰ ਚੰਗਾ ਲੱਗੇ ਮੈਨੂੰ ਤੂੰ ਇਸ ਸੰਸਾਰ ਦੇ ਵਿੱਚ ਰੱਖਣਾ ਹੈ। ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਰਿਆ। ਮੈਂ ਆਪਣੀਆਂ ਅੱਖਾਂ ਦੇ ਨਾਲ ਸਾਰਾ ਜੱਗ ਦੇਖਿਆ, ਪਰ ਆਪ ਜੀ ਵਰਗਾ ਅਜੇ ਤੱਕ ਕੋਈ ਨਹੀਂ ਦੇਖਿਆ। ਪ੍ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ। ਹਰੇਕ ਦੇ ਸਰੀਰ ਵਿੱਚ ਬੈਠਾ ਆਪ ਸਭ ਦੀ ਪਾਲਣਾ ਕਰ ਰਿਹਾ, ਸਾਰ ਕਰ ਰਿਹਾ। ਜਿਸ ਮਨ ਵੁੱਠਾ ਆਪ ਤਿਸ ਨਾ ਵਿਸਾਰੀ ਹੈ। ਸੋ ਜਿਸ ਮਨੁੱਖ ਦੇ ਮਨ ਵਿੱਚ ਉਹ ਆਪ ਸਦਾ ਲਈ ਵਸਿਆ ਹੋਇਆ ਹੈ, ਫਿਰ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜਾਂ ਭੁਲਾਉਣਾ ਨਹੀਂ ਚਾਹੀਦਾ। ਜੋ ਕੁਛ ਕਰੇ ਸੋ ਆਪ ਆਪਣ ਭਾਣਿਆ। ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ, ਉਹਦੀ ਰਜ਼ਾ ਦੇ ਵਿੱਚ ਹੋ ਰਿਹਾ। ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਸੋ ਸਾਨੂੰ ਇਹ ਦੱਸਿਆ ਹੋਇਆ ਵੀ ਉਹ ਭਗਤਾਂ ਦਾ ਸਦਾ ਹੀ ਸ਼ੁਰੂ ਤੋਂ ਰਾਖਾ ਹੈ, ਭਗਤਾਂ ਦੀ ਲਾਜ ਪੱਤ ਰੱਖਦਾ ਹੁੰਦਾ ਹੈ। ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀ ਹੈ। ਸੋ ਪ੍ਰਮਾਤਮਾ ਦਾ ਨਾਮ ਸਦਾ ਹੀ ਜਪਣਾ ਚਾਹੀਦਾ, ਲੈਣਾ ਚਾਹੀਦਾ। ਕਦੇ ਕੋਈ ਚਿੰਤਾ ਨਹੀਂ ਲੱਗੇਗੀ ਰਹੇਗੀ। ਨਾਨਕ ਦਰਸ ਪਿਆਸ ਲੋਚਾ ਪੂਰੀ ਹੈ। ਸੋ ਮੇਰੇ ਅੰਦਰ ਇਸ ਨਾਨਕ ਨੂੰ ਤੇਰੇ ਦਰਸ਼ਨ ਦੀ ਪਿਆਸ ਹੈ, ਤੇ ਇਹ ਪਿਆਸ ਮੇਰੀ ਪੂਰੀ ਕਰ। ਨਾਨਕ ਦਰਸ ਪਿਆਸ ਲੋਚਾ ਪੂਰੀ ਹੈ। ਮੇਰੇ ਦਰਸ਼ਨ ਦੀ ਤਾਂਘ ਜਿਹੜੀ ਹੈ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਇਸ ਨੂੰ ਮਹਾਰਾਜ ਪੂਰੀ ਕਰੋ ਜੀ। ਸੋ ਇਹ ਸੀ ਬਹੁਤ ਹੀ ਪਿਆਰਾ ਵਿਚਾਰ, ਲੜੀਵਾਰ ਸ਼ਬਦੀ ਵਿਚਾਰ ਜੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਦਇਆ ਕਰਕੇ ਸੇਵਾ ਲਈ ਹੈ। ਇਸ ਦਾ ਭਾਵ ਅਰਥ ਮਹਾਰਾਜ ਜੀ ਸਭ ਦੇ ਹਿਰਦੇ ਵਿੱਚ ਵਸਾਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।